ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਜਿਮਨੀ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਇਹਨਾਂ ਨਤੀਜਿਆਂ ਦੇ ਕੀ ਅਰਥ ਨੇ ਤੇ ਇਹ ਕੀ ਸੰਕੇਤ ਦਿੰਦੇ ਨੇ। ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਦੇਸ਼ ਦੇ 13 ਸੂਬਿਆਂ ਦੇ ਵਿੱਚ ਅੱਜ 3 ਲੋਕ ਸਭਾ ਤੇ 29 ਵਿਧਾਨ ਸਭਾ ਚੋਣਾਂ ਜਿਹੜੀ ਜਿਮਨੀ ਚੋਣਾਂ ਹੋਈਆਂ ਸੀ, ਉਹਨਾਂ ਦੇ ਨਤੀਜੇ ਅੱਜ ਜਿਹੜੇ ਆ ਚੁੱਕੇ ਨੇ। ਅਸੀਂ ਜਾਣਨਾ ਚਾਹਾਂਗੇ ਇਹਨਾਂ ਚੋਣਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਜਿਹੜੇ ਨਤੀਜੇ ਆਏ ਨੇ ਇਹ ਨਤੀਜੇ ਕਿਸ ਤਰ੍ਹਾਂ ਇਹ ਸੰਕੇਤ ਦਿੰਦੇ ਨੇ। ਇਹ ਚੋਣਾਂ ਜਿਹੜੀਆਂ ਨੇ ਵੱਖ-ਵੱਖ ਕਾਰਨਾਂ ਕਰਕੇ ਸੀਟਾਂ ਖਾਲੀ ਹੋਈਆਂ ਸੀ। 29 ਅਸੈਂਬਲੀ ਸੀਟਾਂ ਤੇ 3 ਸਟੇਟਾਂ 'ਚ ਇੱਕ ਸੀਟ ਜਿਹੜੀ ਆ ਉਹ ਲੋਕ ਸਭਾ ਦੀ ਜਿਹੜੀ ਖਾਲੀ ਹੋਈ ਸੀ। ਜੀ। ਔਰ ਜੇ ਇਹਨਾਂ ਤੋਂ ਮਤਲਬ ਇੱਕ ਸੰਕੇਤ ਇਹ ਜਾਂਦਾ ਜਿਹੜਾ ਪਿਛਲਾ ਸਾਡੇ ਇੱਕ ਰਿਵਾਜ ਹੈ ਜਾਂ ਇੱਕ ਪਰੰਪਰਾ ਇੱਕ ਟਰਡੀਸ਼ਨ ਪੈ ਗਈ ਹੈ, ਉਹ ਇਹ ਹੈ ਕਿ ਨਾਰਮਲੀ ਜਿਹੜੀ ਜਿਮਨੀ ਚੋਣ ਹੁੰਦੀ ਹੈ ਉਹ ਸੱਤਾਧਾਰੀ ਧਿਰ ਦੇ ਖਾਤੇ 'ਚ ਚਲੀ ਜਾਂਦੀ ਹੈ। ਹਮੇਸ਼ਾ ਆਮ ਰੂਟੀਨ ਇਹ ਬਣ ਗਿਆ। ਬਹੁਤ ਐਕਸੈਪਸ਼ਨ ਕੇਸ ਜਿੱਥੇ ਕਿਤੇ ਕੋਈ ਖਾਸ ਜਗ੍ਹਾ ਐਵੇਂ ਹੋ ਜਾਂਦਾ, ਐਡੀ ਲੜਾਈ 'ਚ ਕੋਈ ਵਿਰੋਧੀ ਧਿਰ ਜਿੱਤਦੀ ਹੈ ਤਾਂ ਇਹ ਮੰਨਿਆ ਜਾਂਦਾ ਕਿ ਆਉਣ ਵਾਲਾ ਜਿਹੜਾ ਸੰਕੇਤ ਹੈ ਉਹ ਵਿਰੋਧੀ ਧਿਰ ਜ਼ੋਰ ਫੜ ਰਹੀ ਹੈ ਮੁਕਾਬਲਤਨ। ਜੀ। ਇੱਕਾ ਦੁੱਕਾ ਕੇਸ 'ਚ ਕੋਈ ਹੋ ਸਕਦਾ ਕਿਤੇ ਕੋਈ ਇਹੋ ਜਿਹੀ ਅਸਧਾਰਨ ਹਾਲਤ ਹੋਵੇ, ਕੋਈ ਹੋਰ ਕਾਰਨ ਕਰਕੇ ਜਿੱਤ ਗਿਆ ਹੋਵੇ। ਜੀ। ਪਰ ਵੱਡੀ ਗੱਲ ਇਹ ਮੰਨੀ ਜਾਂਦੀ ਹੈ ਕਿ ਜੇ ਆਪੋਜੀਸ਼ਨ ਜਿੱਤਦੀ ਹੈ, ਸੱਤਾਧਾਰੀ ਨਹੀਂ ਜਿੱਤਦੀ, ਤਾਂ ਸੱਤਾਧਾਰੀ ਧਿਰ ਦੀ ਕਾਰਗੁਜ਼ਾਰੀ ਅਤੇ ਲੋਕਾਂ ਦੀ ਸੰਤੁਸ਼ਟੀ ਅਤੇ ਲੋਕਾਂ ਦਾ ਉਹਦੇ ਨਾਲ ਜੋ ਸਹਿਚਾਰ ਸੀ ਇਹਦੇ 'ਤੇ ਜ਼ਰੂਰ ਸਵਾਲ ਖੜ੍ਹਾ ਹੁੰਦਾ। ਜੇ ਹੁਣ 3 ਲੋਕ ਸਭਾ ਸੀਟਾਂ ਦੀ ਗੱਲ ਕਰਦੇ ਹਾਂ ਆਪਾਂ, ਸਭ ਤੋਂ ਨੇੜੇ ਹਿਮਾਚਲ ਹੈ ਸਾਡਾ ਜਿਹੜਾ ਗੁਆਂਢੀ ਸੂਬਾ ਹੈ, ਜੀ। ਜਿੱਥੇ 1 ਲੋਕ ਸਭਾ ਅਤੇ 3 ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਹੋਈਆਂ ਨੇ। ਜੀ। ਇਹ ਚਾਰੇ ਦੀਆਂ ਚਾਰੇ ਕਾਂਗਰਸ ਦੇ ਖਾਤੇ ਗਈਆਂ ਨੇ। ਬੀਜੇਪੀ ਚਾਰੇ ਹਾਰੀ ਹੈ। ਜੀ। ਔਰ ਬੀਜੇਪੀ ਸੱਤਾ 'ਚ ਇੱਥੋਂ ਪਹਿਲਾਂ ਜਦੋਂ 19 ਦੀਆਂ ਲੋਕ ਸਭਾ ਚੋਣਾਂ ਹੁੰਦੀਆਂ ਨੇ, 4 ਦੀਆਂ 4 ਪਾਰਲੀਮੈਂਟ ਸੀਟਾਂ ਬੀਜੇਪੀ ਜਿੱਤਦੀ ਹੈ ਅਤੇ ਅਸੈਂਬਲੀ 'ਚ ਵੀ ਵੱਡੀ ਬਹੁਤ ਮਾਤਰਾ ਨਾਲ ਆਉਂਦੀ ਹੈ। ਜੀ। ਅਤੇ ਮੰਡੀ ਦਾ ਜਿਹੜਾ ਹਲਕਾ ਹੈ ਉਹ ਵੀਰਭੱਦਰ ਸਿੰਘ ਦੇ ਜਿਹੜੇ ਕਾਂਗਰਸ ਦੇ ਪੁਰਾਣੇ ਲੀਡਰ ਸੀ ਜਿਨ੍ਹਾਂ ਦੀ ਡੈਥ ਹੋ ਗਈ, ਉਹਨਾਂ ਦੀ ਪਤਨੀ ਨੇ ਜਿੱਤੀ ਹੈ। ਜੀ। ਅਤੇ 3 ਅਸੈਂਬਲੀ ਸੀਟਾਂ ਵੀ ਚਲੋ ਮੰਨ ਲਓ ਕਈ ਵਾਰ ਉੱਥੇ ਇਹ ਕਿਹਾ ਜਾਂਦਾ ਕਿ ਹਮਦਰਦੀ ਬੇਬੀ ਚੱਲ ਗਈ ਜੀ, ਇਹ ਹੋ ਗਿਆ ਜਾਂ ਬਾਕੀ ਦੀਆਂ ਚੀਜ਼ਾਂ ਨੇ। ਹਾਲਾਂਕਿ ਉਹਦੇ ਖਿਲਾਫ ਪਰਚੇ ਵੀ ਅਤੇ ਬੀਜੇਪੀ ਨੇ ਇਹ ਵੀ ਕੀਤਾ ਸੀ ਕਿ ਈਡੀ ਵੀ ਚੱਲਦੀ ਰਹੀ, ਬਾਕੀ ਵੀ ਹੈ, ਕਰਪਸ਼ਨ ਕੇਸਿਸ ਵੀ ਰਹੇ ਵੀਰਭੱਦਰ ਦੇ ਖਿਲਾਫ ਵੀ। ਇਟ ਮੀਨ ਜੋ ਸਾਰੀਆਂ ਗੱਲਾਂ ਨੂੰ ਬਾਹਰ ਸਾਈਡ ਛੱਡਦੇ ਹੋਏ ਤਾਂ ਲੋਕਾਂ ਨੇ ਬੀਜੇਪੀ ਦੇ ਨਾਲੋਂ ਉਹਨੂੰ ਤਰਜੀਹ ਦਿੱਤੀ ਹੈ। ਜੀ। ਅਤੇ ਹਿਮਾਚਲ ਦੇ ਵਿੱਚ ਅਜੇ ਥੋੜ੍ਹਾ ਟਾਈਮ ਵੀ ਸਰਕਾਰ ਦਾ ਵੀ ਰਹਿੰਦਾ। ਤੁਰੰਤ 3 ਦੀਆਂ 3 ਸੀਟਾਂ ਜਿਹੜੀਆਂ ਜਿਮਨੀ ਚੋਣਾਂ ਅਸੈਂਬਲੀ ਦੀਆਂ ਵੀ ਹਾਰਨਾ, ਇਹ ਇੱਕ ਮੈਸੇਜ ਦਿੰਦਾ ਹੈ ਕਿ ਤੁਹਾਡੀ ਸਰਕਾਰ ਦੀ ਕਾਰਗੁਜ਼ਾਰੀ ਲੋਕਾਂ ਤੱਕ ਜਾਂ ਠੀਕ ਪਹੁੰਚ ਨਹੀਂ ਜੇ ਰਹੀ ਜਾਂ ਲੋਕ ਉਹਦੇ ਖਿਲਾਫ ਹੋ ਰਹੇ ਨੇ ਅਤੇ ਉਹ ਨਹੀਂ ਹੈ। ਇਹ ਵੀ ਮੰਨਿਆ ਜਾਂਦਾ ਕਿ ਚੀਫ ਮਿਨਿਸਟਰ ਦਾ ਆਪਣਾ ਏਰੀਆ ਸੀ ਲੋਕ ਸਭਾ ਦਾ ਸੀਟ ਤਾਂ ਘੱਟੋ ਘੱਟ, ਅਤੇ ਜੇ ਚੀਫ ਮਿਨਿਸਟਰ ਆਪਣੇ ਏਰੀਏ ਦੀ ਲੋਕ ਸਭਾ ਸੀਟ ਓਵਰਆਲ ਨਹੀਂ ਜਿਤਾ ਸਕਦੇ ਤਾਂ ਫਿਰ ਚੀਫ ਮਿਨਿਸਟਰ ਦੀ ਕਾਰਗੁਜ਼ਾਰੀ 'ਤੇ ਕੁਐਸਚਨ ਪੈਦਾ ਹੁੰਦਾ, ਜਿਹੜਾ ਲੀਡ ਕਰਦਾ ਉਹਦੇ 'ਤੇ ਕੁਐਸਚਨ ਪੈਦਾ ਹੁੰਦਾ। ਔਰ ਇਹਦੇ ਨਾਲ ਦੀ ਨਾਲ ਇਹ ਹੈ ਕਿ ਅੰਡੇਮਾਨ ਨਿਕੋਬਾਰ ਦੀ ਸੀਟ ਸੀ, ਉਹ ਕਾਂਗਰਸ ਨੇ ਜਿੱਤੀ ਹੈ, ਬੀਜੇਪੀ ਹਾਰ ਗਈ। ਹਾਂ, ਬੀਜੇਪੀ ਲੋਕ ਸਭਾ ਦੀਆਂ ਸੀਟਾਂ 'ਚੋਂ ਮੱਧ ਪ੍ਰਦੇਸ਼ ਜਿੱਥੇ ਸਰਕਾਰ ਹੈ, ਸਰਕਾਰ ਵੀ ਉਹਨੇ ਕਿਸ ਤਰੀਕੇ ਨਾਲ ਬਣਾਈ ਹੈ, ਕਿਉਂਕਿ ਜਦੋਂ ਸ਼ੁਰੂ 'ਚ ਅਸੈਂਬਲੀ ਚੋਣਾਂ ਹੋਈਆਂ ਸੀ ਉਦੋਂ ਕਾਂਗਰਸ ਦੀ ਗੌਰਮੈਂਟ ਬਣੀ ਸੀ। ਬਾਅਦ ਦੇ ਵਿੱਚ ਡੈਫੈਕਸ਼ਨ ਜੋਤਿਰਾਦਿੱਤਿਆ ਸਿੰਧੀਆ ਜਿਹਨੂੰ ਬਾਅਦ ਦੇ ਵਿੱਚ ਕੇਂਦਰੀ ਮੰਤਰੀ ਮੰਡਲ 'ਚ ਲੈ ਲਿਆ ਗਿਆ ਹੈ, ਉਹਦਾ ਜਿਹੜਾ ਗਰੁੱਪ ਸੀ 24-25 MLAs ਦਾ, ਉਹਨਾਂ ਉਸ ਗਰੁੱਪ ਦੇ ਰਾਹੀਂ ਉਹਨਾਂ ਨੂੰ ਰਿਜ਼ਾਈਨ ਵੀ ਕਰਾਇਆ, ਰਿਜ਼ਾਈਨ ਕਰਾ ਕੇ ਦੁਬਾਰਾ ਲੜਾਇਆ ਅਤੇ ਉਸ ਤਰੀਕੇ ਦੇ ਨਾਲ ਬੀਜੇਪੀ ਕੋਲ ਇੱਕ ਸੱਤਾ ਹੈਗੀ ਆ ਉੱਥੇ, ਅਤੇ ਉੱਥੇ ਦੀ ਪਾਰਲੀਮੈਂਟ ਸੀਟ ਬੀਜੇਪੀ ਨੇ ਜਿੱਤੀ ਹੈ। ਅਤੇ ਇਹਦੇ ਨਾਲ ਆਪਣੇ ਦੂਜਾ ਇੱਕ ਸੀਟ ਸਭ ਮਹੱਤਵਪੂਰਨ ਸੀਟ ਸੀ, ਉਹ ਹੈ ਹਰਿਆਣਾ। ਹਰਿਆਣਾ ਦੇ ਵਿੱਚ ਜਿਹੜੀ ਐਲਨਾਬਾਦ ਦੀ ਸੀਟ ਸੀ ਉਹ ਅਭੈ ਚੌਟਾਲਾ ਨੇ ਖਾਲੀ ਕੀਤੀ ਸੀ ਇਹ ਕਹਿ ਕੇ ਕਿ ਜੇ ਸਰਕਾਰ ਕਿਸਾਨ ਅੰਦੋਲਨ ਦੀ ਗੱਲ ਨਹੀਂ ਸੁਣਦੀ, ਕਿਸਾਨਾਂ ਦੀ ਗੱਲ ਨਹੀਂ ਸੁਣਦੀ, ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰਦੀ ਤਾਂ ਮੈਂ ਵਿਧਾਨ ਸਭਾ ਨਹੀਂ ਜਾਊਂਗਾ, ਮੈਂ ਰਿਜ਼ਾਈਨ ਕਰਦਾ। ਇਸ ਵਾਰ ਅਭੈ ਚੌਟਾਲਾ ਵੀ ਮੈਦਾਨ 'ਚ ਸੀ। ਔਰ ਦੂਜਾ ਜਿਹੜਾ ਬੀਜੇਪੀ ਅਤੇ ਜਨ ਨਾਇਕ ਪਾਰਟੀ JJP ਦਾ ਜਿਹੜਾ ਇੱਕ ਸਾਂਝਾ ਉਮੀਦਵਾਰ ਸੀ ਅਤੇ ਉਹਦਾ ਭਰਾ ਵੀ ਪਹਿਲਾਂ ਕਾਫੀ ਕੰਟਰੋਵਰਸੀ ਰਿਹਾ, ਵਿਵਾਦਤ ਰਿਹਾ, ਸਿਆਸੀ ਆਗੂ ਵੀ ਹੈ ਕਾਂਡਾ, ਅਤੇ ਇਹ ਉਹਨਾਂ ਦੇ ਪੱਖੋਂ ਇੱਕ ਉਮੀਦਵਾਰ ਸੀ। ਔਰ ਜਿਹੜੀਆਂ ਵੋਟਾਂ ਪਈਆਂ ਨੇ ਇਹਦੇ 'ਚੋਂ ਇੱਕ ਨਜ਼ਰ ਆ ਰਿਹਾ ਕਿ ਹਾਲਾਂਕਿ ਮੇਨ ਸਟਰੀਮ ਆਪੋਜੀਸ਼ਨ ਜਿਹੜੀ ਆ ਹਜੇ ਵੀ ਇੱਥੇ ਕਾਂਗਰਸ ਹੈ। ਇਨੈਲੋ ਦਾ ਕੁਛ ਨਹੀਂ ਸੀਗਾ ਪਹਿਲਾਂ, ਇਕੱਲਾ ਅਭੈ ਚੌਟਾਲਾ ਜਿੱਤਿਆ ਸੀ। ਅਤੇ ਕੰਪੇਨ ਹੋਈ, ਬੀਜੇਪੀ ਅਤੇ ਚੌਟਾਲਾ ਦਾ ਬਹੁਤ ਬੜਾ ਅੰਤਰ ਨਹੀਂ ਰਿਹਾ, ਮਤਲਬ
6-7 ਹਜ਼ਾਰ ਵੋਟ ਕੋਈ ਬਹੁਤ ਬੜੀ ਗੱਲ ਨਹੀਂ ਹੁੰਦੀ ਜੇਕਰ ਤੁਸੀਂ ਇਹ ਦੇਖਿਆ ਜਾਏ। ਹੁਣ ਇਹਦੇ ਵਿਸ਼ਲੇਸ਼ਣ ਅਲੱਗ-ਅਲੱਗ ਤਰੀਕੇ ਦੇ ਨਾਲ ਹੋਣਗੇ ਕਿ ਬੀਜੇਪੀ ਨੂੰ ਫਿਰ ਵੀ ਇੱਕ ਤਾਂ ਬੀਜੇਪੀ ਨੂੰ ਵੋਟ ਇਸ ਲਈ ਹੈ ਕਿ ਬੀਜੇਪੀ ਦੀ ਸਰਕਾਰ ਹੈ, ਖੱਟਰ ਸਰਕਾਰ ਜਿਹੜੀ ਕਹਿੰਦੀ ਹੈ ਬਹੁਤ ਕਾਬਲ ਸਰਕਾਰ ਆ, ਉਹ ਜਿਮਨੀ ਚੋਣ ਹਾਰ ਜਾਂਦੀ ਹੈ। ਔਰ ਬਹੁਤੇ ਸਗੋਂ ਜਿਮਨੀ ਚੋਣਾਂ 'ਚ ਤਾਂ ਵੱਡੇ ਵੱਡੇ ਲੀਡਰ ਹਰਾ ਦਿੰਦੀਆਂ ਨੇ ਸਰਕਾਰਾਂ, ਜੇਕਰ ਉਹ ਆਪਣੀ ਆਈ 'ਤੇ ਆ ਜਾਂਦੀਆਂ ਨੇ ਬੜੀ ਵਾਰ। ਔਰ ਪੰਜਾਬ ਦੀਆਂ ਤਾਂ ਕਈ ਐਗਜ਼ਾਮਪਲਾਂ ਨੇ ਕਿ ਉਹਦੇ ਨਾਲ ਸਗੋਂ ਸੱਤਾ ਦਾ ਟ੍ਰੈਂਡ ਹੀ ਬਦਲ ਗਿਆ। ਆਦਮਪੁਰ ਇੱਕ ਸੀਟ ਬਹੁਤ ਹੀ ਮਾਈਨਰ ਵੋਟਾਂ 'ਤੇ 6 ਜਾਂ 8 ਵੋਟਾਂ 'ਤੇ ਮਤਲਬ ਹਾਰ ਕੇ ਅਕਾਲੀ ਦਲ ਨੇ ਹਾਰੀ ਸੀ ਉਦੋਂ। ਅਤੇ ਉਹ ਇਹ ਲੱਗਣ ਲੱਗ ਗਿਆ ਸੀ ਵੀ ਅਕਾਲੀ ਦਲ ਗਿਆ, ਅਕਾਲੀ ਦਲ 'ਚ ਫੁੱਟ ਪੈ ਗਈ ਸੀ ਇੱਕ ਗੱਲ ਕਰਕੇ। ਉਹਦੇ 'ਚ ਉਦੋਂ ਇਹ ਕਹਿਤਾ ਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੁੰਦੇ ਸੀ ਕਿ ਵੀ ਸਾਨੂੰ ਪਾਰਟੀ ਪ੍ਰਧਾਨ ਅਤੇ ਚੀਫ ਮਿਨਿਸਟਰ ਅਲੱਗ-ਅਲੱਗ ਰੱਖਣੇ ਚਾਹੀਦੇ ਨੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਆਪਣੇ ਕਿਸੇ ਵਿਸ਼ਵਾਸ ਪਾਤਰ ਨੂੰ ਬੁਲਾ ਲੈਣ। ਉਦੋਂ ਸੱਤਾ ਦੀ ਲੜਾਈ ਇੱਥੇ ਤੱਕ ਚਲੀ ਗਈ ਕਿ ਟੌਹੜੇ ਨੂੰ ਕੱਢਤਾ ਉਹਨਾਂ ਨੇ, ਕੱਢ ਕੇ ਸਰਬਿੰਦ ਅਕਾਲੀਦਾਰ ਬਣ ਗਿਆ। ਮਤਲਬ ਇੱਕ ਸੀਟ ਦੇ ਰਿਜ਼ਲਟ ਨੇ ਤਾਣਾ ਮਾਣਾ ਕਾਫੀ ਹਲਾਇਆ। ਅਤੇ ਉਦੋਂ ਪਹਿਲਾਂ 92 ਦੀ ਇਹ ਸੀ ਕਾਂਗਰਸ ਗੌਰਮੈਂਟ ਪੰਜਾਬ ਦੇ ਵਿੱਚ, ਅਤੇ ਕੇਵਲ ਇੱਕ ਸੀਟ ਜਿਹੜੀ ਸੀ ਗਿੱਦੜਬਾਹੇ ਦੀ, ਉਹ ਕੇਵਲ 2000 ਵੋਟਾਂ 'ਤੇ ਸਾਰੀਆਂ ਪਾਰਟੀਆਂ ਸਾਂਝੇ ਤੌਰ 'ਤੇ ਇੱਕ ਪਾਸੇ ਸੀ, ਤਾਂ ਇਕੱਲੀ ਕਾਂਗਰਸ ਨਾਲ ਮੁਕਾਬਲਾ ਸੀ। ਬੇਅੰਤ ਸਿੰਘ ਚੀਫ ਮਿਨਿਸਟਰ ਸੀਗੇ, ਬਾਦਲਾਂ ਦਾ ਗੜ੍ਹ ਹੈ, ਬਾਦਲ ਸ਼ੁਰੂ ਤੋਂ ਜਿੱਤਦੇ ਸੀ, ਜੱਦੀ ਘਰੇਲੂ ਉਹਨਾਂ ਦੀ ਉਹ ਸੀ। ਕਾਂਸੀ ਰਾਮ ਆਏ ਉਹਦੀ ਉਸ ਜਿਮਨੀ ਚੋਣ 'ਚ ਪਹਿਲੀ ਵਾਰ, ਸਭ ਨੂੰ ਬੁਲਾਇਆ ਗਿਆ, ਤਾਂ 2000 ਵੋਟਾਂ 'ਤੇ ਜਿੱਤੇ ਸੀ ਇਹ ਮਤਲਬ ਬਾਦਲ। ਅਤੇ ਉਦੋਂ ਤੋਂ ਕਹਿ ਕੇ ਇਹ ਮਨਪ੍ਰੀਤ ਬਾਦਲ ਪਹਿਲੀ ਵਾਰ ਅਸੈਂਬਲੀ ਜਦੋਂ ਆਇਆ ਤਾਂ ਟਰਨਿੰਗ ਪੁਆਇੰਟ ਕਹਿ ਰਹੇ ਸੀਗੇ ਜੀ ਹੁਣ ਠੀਕ ਹੈ। 97 'ਚ ਜਿੱਡੀ ਵੱਡੀ ਗਿਣਤੀ ਨਾਲ ਪਏ, ਉਹਦੇ ਹੋਰ ਵੀ ਬਥੇਰੇ ਕਾਰਨ ਸੀ, ਔਰ ਉਹ ਸੰਕੇਤ ਦੇ ਰਹੇ ਸੀ ਜਿੱਡੀ ਵੱਡੀ ਗਿਣਤੀ ਨਾਲ ਲਗਭਗ 73 ਦੇ ਕਰੀਬ MLA ਲੈ ਕੇ ਆਈ ਸੀ ਅਕਾਲੀ ਦਲ। ਉਦੋਂ ਪਹਿਲਾਂ 19 ਸੀਟਾਂ ਕਦੇ ਉਸ ਲੈਵਲ 'ਤੇ ਨਹੀਂ ਮਿਲਦੀਆਂ ਸੀ। ਇਸ ਤਰ੍ਹਾਂ ਇਹ ਜਿਹੜਾ ਇੱਕ ਟਰੈਂਡ ਹੈ ਸਾਡੇ ਉਸ ਤੋਂ ਬਾਅਦ ਦਾ ਦੌਰ ਜਿਹੜਾ ਚੱਲਦਾ, ਤਾਂ ਜੇ ਇਹ ਜਾਰੀ ਰਹਿੰਦਾ ਤਾਂ ਇਹ ਸੰਕੇਤ ਕੁਝ ਹੋਰ ਦਿੰਦਾ। ਹਾਂ, ਕਾਂਗਰਸ ਨੂੰ ਵੀ ਸੋਚਣਾ ਪਏਗਾ। ਹਰਿਆਣੇ 'ਚ ਕਾਂਗਰਸ ਨੂੰ ਲਗਭਗ 20,000 ਦੇ ਨੇੜੇ ਤੇੜੇ ਵੋਟ ਜਿਹੜਾ ਉਹਨਾਂ ਦੇ ਕੈਂਡੀਡੇਟ ਨੂੰ ਵੀ ਪਈ ਹੈ, ਅਤੇ ਜੇ ਆਪੋਜੀਸ਼ਨ ਫਟਦੀ ਹੈ ਤਾਂ ਬੀਜੇਪੀ ਨੂੰ ਫਾਇਦਾ ਹੁੰਦਾ ਹੀ ਹੈ। ਇਹ ਗੱਲ ਵੀ ਇੱਕ ਉਹਦੇ ਨਾਲ ਸਾਹਮਣੇ ਆਈ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਉਸ ਗੱਲ 'ਤੇ ਇੱਕ ਗੱਲ 'ਤੇ ਇਹ ਵੀ ਸੋਚਣ ਵਾਲਾ ਸਵਾਲ ਹੈ ਕਿ ਜਿਹੜੇ ਅਭੈ ਚੌਟਾਲਾ ਨੇ ਇਖਲਾਕੀ ਆਧਾਰ 'ਤੇ ਇਹ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਮੈਂ ਅਸੈਂਬਲੀ 'ਚ ਨਹੀਂ ਜਾਊਂਗਾ, ਉਹੀ ਬੰਦਾ ਦੁਬਾਰਾ ਚੋਣ ਕਿਉਂ ਲੜ ਰਿਹਾ? ਇਖਲਾਕੀ ਸਵਾਲ ਉਹਦੇ 'ਤੇ ਵੀ ਤਾਂ ਹੈਗਾ ਨਾ, ਉਹ ਕਿਉਂ ਜਿੱਤ ਰਿਹਾ? ਉਹੀ ਰਹਿ ਗਿਆ ਇਕੱਲਾ, ਉਹਨਾਂ ਦੀ ਪਾਰਟੀ ਦਾ ਕੋਈ ਹੋਰ ਲੜ ਲੈਂਦਾ, ਕੋਈ ਬਾਕੀ ਦੀਆਂ ਚੀਜ਼ਾਂ ਕਿਤੇ ਨਾ ਕਿਤੇ ਉਹ ਹੋ ਜਾਂਦੀਆਂ। ਅਤੇ ਕਿਤੇ ਨਾ ਕਿਤੇ ਲੋਕਾਂ ਦੇ ਦਿਮਾਗ 'ਚ ਇਹ ਗੱਲ ਕਾਟ ਜ਼ਰੂਰ ਕੀਤੀ ਹੋਏਗੀ। ਬੀਜੇਪੀ ਨੇ ਕੰਪੇਨ ਕੀਤੀ ਹੈ ਪੂਰੀ ਤਰ੍ਹਾਂ ਕਿ ਜਦੋਂ ਇਹ ਬੰਦੇ ਨੇ ਅਸਤੀਫਾ ਦਿੱਤਾ ਤਾਂ ਉਹੀ ਦੁਬਾਰਾ ਫਿਰ ਕਿਉਂ ਲੜ ਰਿਹਾ? ਇਹਨੇ ਵਾਧੂ ਸਾਡੇ 'ਤੇ ਜਿਮਨੀ ਚੋਣ ਦਾ ਬੋਝ ਪਵਾਇਆ, ਇਹਨੇ ਬਿਨਾਂ ਮਤਲਬ ਦੀ ਇਲੈਕਸ਼ਨ ਲਿਆਂਦੀ ਹੈ, ਅਤੇ ਹੁਣ ਵਿੱਚੇ ਫਿਰ ਲੜ ਰਿਹਾ ਇਹ ਗੱਲ ਦੇ ਵਿੱਚ। ਇਸ ਲਈ ਪਾਰਟੀਆਂ ਨੂੰ ਇਹ ਸੋਚਣਾ ਪਏਗਾ ਕਿ ਇੱਕ ਪਾਸੇ ਤੁਸੀਂ ਇਖਲਾਕੀ ਗਰਾਊਂਡ ਲੈ ਕੇ ਅਤੇ ਉੱਧਰੋਂ ਵੀ ਲਾਹਾ ਕੱਟਣ ਦੀ ਕੋਸ਼ਿਸ਼ ਕਰੋ, ਅਤੇ ਦੂਜੇ ਪਾਸੇ ਵੀ ਉਹ ਸੋਚਣਾ ਪਏਗਾ। ਤਾਂ ਬੀਜੇਪੀ ਦਾ ਵਿਰੋਧ ਹੀ ਬਹੁਤ ਵੱਡਾ ਸੀਗਾ ਜਿਹਦੇ ਕਰਕੇ ਅਭੈ ਚੌਟਾਲਾ ਜਿੱਤਿਆ, ਨਹੀਂ ਤਾਂ ਉਹਦੇ ਲਈ ਵੀ ਇਹ ਖਤਰਨਾਕ ਖੇਡ ਜਿਹੜੀ ਉਸ ਲੈਵਲ 'ਤੇ ਸੀਗੀ। ਔਰ ਇਹਦੇ ਨਾਲ ਜੁੜੀਆਂ ਹੋਈਆਂ ਬਾਕੀ ਦੀਆਂ ਨੇ। ਪੱਛਮੀ ਬੰਗਾਲ ਕਲੀਅਰ ਹੈ, 4 ਦੀਆਂ 4 ਅਸੈਂਬਲੀ ਸੀਟਾਂ ਮਤਲਬ TMC ਨੇ ਜਿੱਤੀਆਂ ਨੇ, ਤ੍ਰਿਣਮੂਲ ਕਾਂਗਰਸ ਨੇ। ਉਹ ਜਿਸ ਲੈਵਲ ਦਾ ਹਾਲ ਬੀਜੇਪੀ ਦੇ ਆਗੂਆਂ ਦਾ ਧੜਾ ਧੜ ਟੁੱਟ ਬੀਜੇਪੀ ਕਾਂਗਰਸੀ TMC 'ਚ ਜਾ ਰਹੇ ਨੇ, ਬੀਜੇਪੀ ਨੂੰ ਹਰਾਉਣ ਤੋਂ ਬਾਅਦ TMC ਦੇ ਵਿੱਚ ਉਹ ਮੇਰੇ ਖਿਆਲ ਹੈ ਪਹਿਲਾਂ ਹੀ ਲੋਕਾਂ ਨੂੰ ਬਹੁਤ ਜ਼ਿਆਦਾ ਕਲੀਅਰ ਹੋਣਾ ਕਿ ਇੱਥੇ ਤਾਂ TMC ਦੇ ਚਾਰੇ ਦੇ ਚਾਰੇ ਜਿਹੜੇ ਵੱਖ-ਵੱਖ ਜਿੱਤਣੇ ਨੇ। ਬਿਹਾਰ ਦੇ ਵਿੱਚ ਵੀ ਮਤਲਬ ਇਹ ਜਿੱਤ ਗਏ ਨੇ ਪਹਿਲੀ, ਜਿਹੜਾ ਯੂਨਾਈਟਡ JDU ਹੈ, ਜਨਤਾ ਦਲ ਯੂਨਾਈਟਡ ਹੈ। ਅਤੇ ਕਰਨਾਟਕਾ ਦੇ ਵਿੱਚ ਬਰਾਬਰ ਜੇ ਦਾ ਇੱਕ ਬੈਲੈਂਸ, ਇਹਨਾਂ ਨੇ ਇੱਕ ਚੀਫ ਮਿਨਿਸਟਰ ਬਦਲਿਆ, ਆਪਦਾ ਨਵਾਂ ਚੀਫ ਮਿਨਿਸਟਰ ਲਿਆਂਦਾ, ਸ਼ਾਇਦ ਉਹਦੇ ਨਾਲ ਕੋਈ ਹਾਲਤ ਇੰਪਰੂਵ ਹੋਵੇ ਇਸ ਲੈਵਲ ਦੀ। 2 ਸੀਟਾਂ ਸੀ ਅਸੈਂਬਲੀ ਦੀਆਂ, ਇੱਕ BJP ਜਿੱਤ ਗਈ ਅਤੇ ਇੱਕ ਕਾਂਗਰਸ ਜਿੱਤ ਗਈ। ਫਿਰ ਵੀ ਇਸ ਦੇ ਬਾਵਜੂਦ ਕਿ ਤੁਹਾਡੀ ਸਰਕਾਰ ਚੱਲਦੀ ਹੈ, ਤੁਸੀਂ ਚੀਫ ਮਿਨਿਸਟਰ ਵੀ ਬਦਲਿਆ। ਮਤਲਬ ਵੱਖ-ਵੱਖ ਤਰ੍ਹਾਂ ਜਿਹੜੇ ਜੇ ਸੀਨ ਕਿਤੇ ਨਜ਼ਰ ਆ ਰਿਹਾ ਤਾਂ ਓਵਰਆਲ ਕਿਤੇ ਜਿਹੜਾ ਉਹ ਜਾਦੂ ਹੈ। 2 ਗੱਲਾਂ ਇਹ ਤੋਂ ਪਹਿਲਾਂ BJP ਇਹ ਕਹਿੰਦੀ ਰਹੀ ਹੈ ਕਿ ਲੋਕਲ ਲੀਡਰ ਤਾਂ ਚਲੋ ਜੀ ਮੰਨ ਲਿਆ, ਜਦੋਂ ਸਾਡੇ ਸਰਕਾਰਾਂ ਹੁੰਦੀਆਂ ਨੇ ਹਰ ਪਾਰਟੀ 'ਚ ਇਹ ਹੈ ਕਿ ਜੇ ਤਾਂ ਜਿੱਤ ਹੋ ਗਈ ਤਾਂ ਟੌਪ ਬੰਦੇ ਦੇ ਸਿਹਰਾ ਬੰਨ੍ਹ ਦਿੰਦੇ ਨੇ ਨਰਿੰਦਰ ਮੋਦੀ ਦੇ, ਇਹੀ ਕਾਂਗਰਸ 'ਚ ਹੈ। ਜੇ ਜਿੱਤ ਹੋ ਗਈ ਤਾਂ ਰਾਹੁਲ ਗਾਂਧੀ ਦੀ ਜਿੱਤ, ਜੇ ਹਾਰ ਹੋ ਗਈ ਤਾਂ ਲੋਕਲ ਹਾਰ, ਅਤੇ BJP ਵੀ ਇਹੀ ਹੈ, ਜੇ ਜਿੱਤ ਹੋ ਗਈ ਤਾਂ ਨਰਿੰਦਰ ਮੋਦੀ ਦੀ ਜਿੱਤ, ਜੇ ਹਾਰ ਹੋ ਗਈ ਤਾਂ ਲੋਕਲ ਹਾਰ। ਇੱਕ ਜਿਹੜਾ ਇੱਕ ਟਰੈਂਡ ਇੱਕ ਜਿਹੜਾ ਬਣਾਇਆ ਹੋਇਆ, ਔਰ ਮੈਨੂੰ ਲੱਗਦਾ ਕਿ ਇਹ ਜਿਹੜੇ ਨਤੀਜੇ ਨੇ ਉਹਨੂੰ ਵੀ ਬਦਲਣ ਦੀ ਅਤੇ ਉਹਨੂੰ ਰਿਵਿਊ ਕਰਨ ਦੀ ਵੀ ਮੰਗ ਕਰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ।
ਹਮੀਰ ਜੀ, ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ। 11 ਮਹੀਨਿਆਂ ਤੋਂ ਭਾਜਪਾ ਦਾ ਦੇਸ਼ 'ਚ ਵਿਰੋਧ ਹੋ ਰਿਹਾ। ਉਸੇ ਦੇ ਚੱਲਦਿਆਂ ਕੇਂਦਰ 'ਚ ਕਾਬਜ਼ ਹੋਣ ਦੇ ਬਾਵਜੂਦ ਵੀ 3 ਲੋਕ ਸਭਾ ਸੀਟਾਂ ਦੇ ਵਿੱਚ 2 ਤੇ ਭਾਜਪਾ ਹਾਰਦੀ ਹੈ। ਤੇ ਜੇਕਰ ਦੇਖੀਏ ਵੱਖ-ਵੱਖ ਸੂਬਿਆਂ 'ਚ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ 29 ਦੇ ਵਿੱਚੋਂ 1.5 ਦਰਜਨ ਦੇ ਕਰੀਬ ਸੀਟਾਂ ਤੇ ਜਿਹੜਾ ਭਾਜਪਾ ਨੂੰ ਹਾਰਦਾ ਜਿਹੜਾ ਮੂੰਹ ਦੇਖਣਾ ਪੈਂਦਾ ਹੈ। ਅਜਿਹੇ ਹਾਲਾਤ ਦੇ ਵਿੱਚ ਤੁਸੀਂ ਭਾਜਪਾ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਉਹਦੇ 'ਚ ਇਹ ਹੁੰਦਾ ਹੈ ਕਿ ਜੇ ਤਾਂ ਹੋਣ ਜਿਮਨੀ ਚੋਣਾਂ ਵੀ ਸਰਕਾਰ ਦੇ 6 ਮਹੀਨੇ ਰਹਿ ਗਏ, ਚਲੋ ਜੀ ਹੋ ਰਹੀ ਹੈ, ਫਿਰ ਕਈ ਵਾਰ ਵੋਟਰ ਦੂਜੇ ਪਾਸੇ ਵੋਟਾਂ ਪਾ ਜਾਂਦੇ ਨੇ। ਜੀ ਮਤਲਬ ਵੀ ਜਦੋਂ ਸਰਕਾਰ ਦਾ ਕਾਫੀ ਲੰਮਾ ਸਮਾਂ ਜੇ ਪਿਆ ਹੋਵੇ ਕੇਂਦਰ ਦੇ ਵਿੱਚ, ਜਿਵੇਂ ਬੀਜੇਪੀ ਦਾ ਲਗਭਗ ਅੱਧਾ ਸਮਾਂ ਮਤਲਬ ਉਸ ਪੱਧਰ ਦੇ ਉੱਤੇ ਪਿਆ, 2024 'ਚ ਜਾ ਕੇ ਇਲੈਕਸ਼ਨ ਹੋਣੀ ਹੈ, ਜੀ ਅਤੇ ਜਦੋਂ ਉਹ ਸਮਾਂ ਅਜੇ ਪਿਆ ਇੰਨੇ ਸਮੇਂ ਤੋਂ ਵੀ ਕੋਈ ਲੋਕ ਕਾਹਦੇ ਲਈ ਵੋਟ ਪਾਉਂਦੇ ਨੇ? ਸਾਡੇ ਵੋਟਰ ਨੂੰ ਕਿੱਥੇ ਤੱਕ ਸੀਮਿਤ ਕਰਤਾ ਆਮ ਤੌਰ 'ਤੇ ਪੋਲੀਟੀਕਲ ਪਾਰਟੀਆਂ ਨੇ। ਜੀ ਉਹ ਸੀਮਿਤ ਇੱਥੇ ਤੱਕ ਕਰਤਾ ਕਿ ਮੇਰੀ ਸਰਕਾਰ ਹੈ, ਮੈਨੂੰ ਵੋਟ ਪਾਏਗਾ, ਮੈਂ ਹਲਕੇ ਦਾ ਵਿਕਾਸ ਕਰਾਊਂਗਾ ਤੁਹਾਡੇ, ਜੀ ਅਤੇ ਜੇ ਵਿਰੋਧੀ ਨੂੰ ਕਰਾਏਗਾ ਤਾਂ ਵਿਰੋਧੀ ਤੋਂ ਕੁਝ ਨਹੀਂ ਹੋਣਾ। ਆਮ ਚੋਣਾਂ ਦੇ ਵਿੱਚ ਤਾਂ ਇਹ ਮੰਨਿਆ ਜਾਂਦਾ, ਲੋਕਾਂ ਨੂੰ ਇੰਨਾ ਨਹੀਂ ਪਤਾ ਹੁੰਦਾ ਸਰਕਾਰ ਕਿਹਦੀ ਹੈ, ਕਿਹਨੂੰ ਜਿਤਾਉਣਾ। ਅਗਲਾ ਕਹਿੰਦਾ ਇਹਨਾਂ ਦੀ ਵੀ ਬਣ ਸਕਦੀ ਹੈ, ਇਹਨਾਂ ਦੀ ਵੀ ਬਣ ਸਕਦੀ ਹੈ, ਆਪੋ ਆਪਣੇ ਐਂਗਲ ਤੋਂ ਸੋਚਦੇ ਨੇ। ਜੀ ਹੁਣ ਤਾਂ ਕਲੀਅਰ ਹੈ ਕਿ 2024 ਤੱਕ ਤਾਂ ਉਹ ਇੱਕੋ ਹੀ ਸਰਕਾਰ ਹੈ, ਬਿਲਕੁਲ ਉਹਦੇ ਬਦਲਣ ਦੇ ਅਜੇ ਚਾਂਸ ਨਹੀਂ ਹੈ। ਜੀ ਤਾਂ ਜੇ ਉਦੋਂ ਵੀ ਲੋਕ ਵਿਰੋਧੀ ਵੋਟ ਪਾਉਂਦੇ ਨੇ 2 ਸੀਟਾਂ 'ਤੇ ਇਹਦਾ ਮਤਲਬ ਖਾਸ ਤੌਰ 'ਤੇ ਜਿਹੜੀ ਹਿੰਦੂ ਬੈਲਟ ਹੈ, ਜਿਵੇਂ ਹਿਮਾਚਲ ਪ੍ਰਦੇਸ਼ ਹੈ, ਅਤੇ ਜੇ ਉੱਥੇ ਵੀ ਨਰਿੰਦਰ ਮੋਦੀ ਔਰ ਬੀਜੇਪੀ ਨੂੰ ਵੋਟ ਨਹੀਂ ਪੈਂਦੀ ਉਸ ਪੱਧਰ 'ਤੇ, ਉਹ ਹਾਰਦੇ ਨੇ ਇਸ ਮਾਮਲੇ 'ਤੇ, ਇਹਦਾ ਮਤਲਬ ਜਿਹੜੀ ਛਵੀ ਪਹਿਲਾਂ ਬਣੀ ਸੀ, ਜਿਹੜਾ ਔਰਾ ਪਹਿਲਾਂ ਬਣਿਆ ਸੀ, ਜਿਹੜਾ ਇੱਕ ਹਰ ਹਾਲਤ 'ਚ ਜਾ ਕੇ ਜੇਤੂ ਦਾ ਮਤਲਬ ਘੋੜਾ ਕੋਈ ਫੜ ਨਹੀਂ ਸਕਦਾ, ਜਿਹੜਾ ਮਤਲਬ ਸਮੇਤ ਜੱਗ ਦਾ ਘੋੜਾ ਇਹ ਜਾ ਰਿਹਾ ਹੈ, ਉਹ ਫੜਿਆ ਜਾ ਰਿਹਾ ਅਤੇ ਉਹਦੇ 'ਤੇ ਅਸਰ ਦਿਖਾਈ ਦੇ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਬੀਜੇਪੀ ਦੇ ਅੰਦਰ ਵੀ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਸੀ ਕਿਸਾਨ ਅੰਦੋਲਨ ਕਰਕੇ, ਕਿੰਨੇ ਹੀ ਆਗੂ ਇਹ ਕਹਿ ਰਹੇ ਸੀ ਕਿ ਅੰਦੋਲਨ ਦਾ ਫਰਕ ਪੈ ਰਿਹਾ ਅਤੇ ਇਹਨਾਂ ਨੂੰ ਕਿਸਾਨਾਂ ਨਾਲ ਇਸ ਢੰਗ ਨਾਲ ਨਜਿੱਠੋ, ਗੱਲਬਾਤ ਕਰੋ, ਜੇ ਕਰੋ ਵੋ ਕਰੋ। ਉਹਨਾਂ ਦੀ ਗੱਲ ਕਿਤੇ ਨਾ ਕਿਤੇ ਰਿਫਲੈਕਟ ਕਰਦੀ ਹੈ ਉਹ ਗੱਲ, ਮਤਲਬ ਇਸ ਗੱਲ ਚੋਣਾਂ ਦੇ ਨਤੀਜੇ ਜਿਹੜੇ ਨੇ ਉਹਨੂੰ ਜ਼ਾਹਰਾ ਤੌਰ 'ਤੇ ਸਾਬਤ ਕਰਦੇ ਨੇ ਠੀਕ ਕਿ ਕਿਤੇ ਨਾ ਕਿਤੇ ਗੜਬੜ ਹੋ ਰਹੀ ਹੈ ਓਵਰਆਲ ਪਰਸੈਪਸ਼ਨ ਗੇਮ ਦੇ ਵਿੱਚ। ਔਰ ਪਿੱਛੇ ਵੀ ਇੱਕ ਸਰਵੇ ਵੀ ਆਇਆ ਸੀ ਸਾਡੇ ਦੇਸ਼ ਦਾ ਓਵਰਆਲ ਕਿ ਨਰਿੰਦਰ ਮੋਦੀ ਦੀ ਜਿਹੜੀ ਪਾਪੂਲੈਰਿਟੀ ਦਾ ਰੇਟ ਹੈ ਉਹ ਪਹਿਲੀ ਵਾਰ ਇੰਨਾ ਡਾਊਨ ਗਿਆ। ਮਤਲਬ ਅੱਗੇ ਕਦੇ ਵੀ ਜੇ ਬੀਜੇਪੀ ਕਿਤੇ ਹਾਰ ਵੀ ਗਈ, ਕਦੇ ਹੋਰ ਹੋ ਗਈ, ਤਾਂ ਕਹਿੰਦੇ ਪ੍ਰਧਾਨ ਮੰਤਰੀ ਦਾ ਰੇਟ ਉਹੀ ਹੈ ਜੀ ਬਾਕੀ ਬੀਜੇਪੀ ਦਾ। ਔਰ ਪਹਿਲੀ ਵਾਰ ਸੀ ਕਿ ਕਿਸਾਨ ਅੰਦੋਲਨ ਵੱਡੇ ਅੰਦੋਲਨ ਦੇ ਨਾਲ ਕਾਫੀ ਵੱਡੀ ਗਿਣਤੀ ਦੇ ਵਿੱਚ 23% ਦੇ ਕਰੀਬ ਉਹ 'ਚ ਮਤਲਬ ਡਾਊਨਫਾਲ ਆਇਆ ਜੀ ਪ੍ਰਧਾਨ ਮੰਤਰੀ ਦੀ ਪਾਪੂਲੈਰਿਟੀ ਦਾ ਰੇਟ ਵੀ। ਔਰ ਇਹ ਪੂਰੀ ਸ਼ੀਰ ਪੋਲੀਟਿਕਸ ਹੈ ਉਸ ਪੱਧਰ ਦੇ ਉੱਤੇ, ਪੋਲੀਟੀਕਲ ਗੇਮ ਦੇ ਵਿੱਚ ਬੀਜੇਪੀ 'ਤੇ ਅਸਰ ਪੈ ਰਿਹਾ ਇਹ ਸਾਰੇ ਮਾਹੌਲ ਦੇ ਵਿੱਚ। ਇਸੇ ਕਰਕੇ ਸ਼ਾਇਦ ਪੱਛਮੀ ਯੂਪੀ ਜਾਂ ਬਾਕੀ 'ਤੇ, ਕਿਉਂਕਿ ਉੱਥੇ ਤਾਂ ਹਜੇ ਕੋਈ ਜਿਮਨੀ ਚੋਣ ਉਸ ਪੱਧਰ 'ਤੇ ਨਹੀਂ ਸੀ ਕਿ ਪਤਾ ਲੱਗ ਪਾਉਂਦਾ, ਪਰ ਫਿਰ ਵੀ ਇੱਕ ਮਿਜਾਜ ਹੁੰਦਾ ਏਰੀਆ ਵਾਈਜ਼ ਜਾਂ ਇਲਾਕੇ ਦਾ ਜਾਂ ਜਿਸ ਲੈਵਲ ਦਾ, ਉਹ ਮਿਜਾਜ ਇਸ ਪਾਸੇ ਨੂੰ ਲੈ ਕੇ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੀ ਹਮੀਰ ਜੀ, 13 ਸੂਬਿਆਂ ਦੀ ਜਿਮਨੀ ਚੋਣਾਂ ਦੇ ਨਤੀਜੇ ਆ ਚੁੱਕੇ ਨੇ, ਅਤੇ ਜੇਕਰ ਗੱਲ ਕਰੀਏ ਤਾਂ ਪੰਜਾਬ ਸਮੇਤ ਹੋਰਨਾਂ 5 ਸੂਬਿਆਂ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਬਹੁਤ ਥੋੜ੍ਹਾ ਸਮਾਂ ਰਹਿ ਗਿਆ। ਇਹਨਾਂ ਚੋਣ ਨਤੀਜਿਆਂ ਤੋਂ ਕੋਈ 22 ਦੀਆਂ ਚੋਣਾਂ ਦੇ ਵੀ ਜਿਹੜੇ ਅਨੁਮਾਨ ਦੇਖੇ ਜਾ ਸਕਦੇ ਨੇ, ਕੋਈ ਅਨੁਮਾਨ ਲਾਇਆ ਜਾ ਸਕਦਾ? ਨੋਰਮਲੀ ਤਾਂ ਜੇਕਰ ਤਾਂ ਉਹਨਾਂ ਹੀ ਸੂਬਿਆਂ 'ਚੋਂ ਜਿੱਥੇ ਚੋਣਾਂ ਹੋ ਰਹੀਆਂ ਨੇ ਉੱਥੇ ਦੀਆਂ ਜਿਹੜੀਆਂ ਜਿਮਨੀ ਚੋਣਾਂ ਹੋਣ, ਜੀ ਫਿਰ ਤਾਂ ਅਨੁਮਾਨ ਕਾਫੀ ਲੱਗਦੇ ਨੇ। ਫਿਰ ਤਾਂ ਇਹ ਲੱਗਦੇ ਹੁੰਦੇ ਨੇ ਕਿ ਹਾਂਜੀ ਇਹਦਾ ਮਤਲਬ ਟਰੈਂਡ ਇਹ ਹੈ ਇਹਦੇ 'ਚ, ਕਿਉਂਕਿ ਜਿਹੜੀਆਂ 5 ਰਾਜਾਂ 'ਚ ਚੋਣਾਂ ਹੋ ਰਹੀਆਂ ਨੇ 22 'ਚ, ਇਹ ਜਿਮਨੀ ਚੋਣਾਂ ਉਹਨਾਂ 'ਚ ਨਹੀਂ ਹੋਈਆਂ। ਇੱਕ ਫਰਕ ਤਾਂ ਓਨਾ ਕੁ ਹੈ। ਪਰ ਜੇਕਰ ਅਸੀਂ ਪੂਰੇ ਦੇਸ਼ ਦੀ ਹਵਾ ਪਰਖਦੇ ਹਾਂ, ਪੋਲੀਟੀਕਲ ਹਵਾ ਕਿੱਧਰ ਜਾ ਰਹੀ ਹੈ ਜਾਂ ਬਾਕੀ ਦੀਆਂ ਚੀਜ਼ਾਂ ਕੀ ਨੇ, ਕਿਉਂਕਿ ਇਹਦੇ 'ਚ ਬੜੇ ਵੱਡੇ ਫੈਕਟਰ ਜੁੜ ਵੀ ਰਹੇ ਨੇ। ਹੋਰ ਫੈਕਟਰ ਪਹਿਲਾ ਜਿਹੜਾ ਸਭ ਤੋਂ ਬੜਾ ਫੈਕਟਰ ਹੈ ਉਹ ਸਾਡੇ ਸਾਹਮਣੇ ਹੈ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ। ਯੂਪੀ ਅਤੇ ਪੰਜਾਬ ਦਾ ਕਿਸਾਨ ਅੰਦੋਲਨ ਦਾ ਮਤਲਬ ਅਸਰ ਦਿਖਾਈ ਦੇ ਰਿਹਾ ਔਰ ਦੇਊਗਾ ਵੀ ਜਦੋਂ ਵੋਟਾਂ ਦੇ ਰਿਜ਼ਲਟ 'ਚ ਵੀ ਦੇਣ ਦੀ ਸੰਭਾਵਨਾ ਹੈ। ਕਿਉਂਕਿ ਯੂਪੀ ਦੇ ਵਿੱਚ ਜਿਹੜਾ ਖਾਸ ਤੌਰ 'ਤੇ ਪੱਛਮੀ ਯੂਪੀ ਹੈ, ਜਿੱਥੇ ਅਖਿਲੇਸ਼ ਯਾਦਵ ਨੇ ਇਹ ਐਲਾਨ ਕੀਤਾ ਕਿ ਸਾਡਾ ਤੇ ਲੋਕ ਦਲ ਦਾ ਸਮਝੌਤਾ ਹੋ ਚੁੱਕਿਆ, ਹੋਰ ਵੀ ਇੱਕ ਅੱਧੇ ਨਾਲ ਕਰਾਂਗੇ, ਕਿਉਂਕਿ ਪੱਛਮੀ ਯੂਪੀ ਦੇ ਵਿੱਚ ਉਹ ਕਹਿੰਦਾ ਲੋਕ ਦਲ ਦਾ ਚੰਗਾ ਅਸਰ ਹੈ ਅਤੇ ਅਸੀਂ ਉਹਦੇ ਨਾਲ ਕੰਪਰੋਮਾਈਜ਼ ਕਰ ਰਹੇ ਹਾਂ। ਉਹ ਕਿਸਾਨ ਅੰਦੋਲਨ ਦਾ ਅਸਰ ਦਿਖਾਈ ਦੇ ਰਿਹਾ ਉੱਥੇ ਉਹਨਾਂ ਗੱਲਾਂ ਦੇ ਉੱਤੇ ਤਾਂ ਸਾਰੇ।
ਤੇ ਪੰਜਾਬ ਦੇ ਵਿੱਚ ਤਾਂ ਬੀਜੇਪੀ ਅਜੇ ਤਾਂ ਨਹੀਂ, ਅਜੇ ਤਾਂ ਉਹ ਅਮਰਿੰਦਰ ਸਿੰਘ ਰਾਹੀਂ ਇਹ ਗੱਲ ਕਰ ਰਹੇ ਨੇ ਵੀ ਸ਼ਾਇਦ ਕਿਸਾਨ ਅੰਦੋਲਨ ਦਾ ਠੀਕ ਕਰਕੇ ਇੱਕ ਖੇਤਰੀ ਗਰੁੱਪ ਬਣੇਗਾ, ਫਿਰ ਉਹ ਅਲਾਇੰਸ ਕਰਨਗੇ, ਫਿਰ ਉਹ ਚੋਣਾਂ ਲੜਨਗੇ ਜੀ। ਤੇ ਇਸ ਕਰਕੇ ਅਜੇ ਸੱਤਾ ਦੀ ਦਾਅਵੇਦਾਰੀ ਦੇ ਵਿੱਚ ਬੀਜੇਪੀ ਨੂੰ ਮੰਨਣਾ ਉਸ ਪੱਧਰ ਦੀ ਗੱਲ ਨਹੀਂ ਹੈ। ਬਾਕੀ ਕਿਸਾਨ ਅੰਦੋਲਨ ਕਿਸ ਰੁਖ ਬੈਠਦਾ ਹੈ ਉਹਦੇ ਤੇ ਡਿਪੈਂਡ ਕਰੇਗਾ ਉਹ ਸਾਰੇ ਮਾਮਲੇ 'ਚ। ਦੂਜੇ ਜਿਹੜੇ ਮਾਈਨਰ ਬਾਕੀ ਦੀਆਂ ਚੀਜ਼ਾਂ ਨੇ ਮਤਲਬ ਜਿਹੜੇ ਜਿੱਥੇ ਹੋਣਾ ਹੈ, ਚਾਹੇ ਉਹ ਗੋਆ ਦੇ ਵਿੱਚ ਹੈ ਜਾਂ ਵੱਖ-ਵੱਖ ਥਾਵਾਂ ਤੇ ਜਿਹੜੀ ਮਨੀਪੁਰ ਦੇ ਵਿੱਚ ਹੋਣੀਆਂ ਨੇ, ਉਹ ਛੋਟੇ ਰਾਜ ਨੇ, ਉਹਨਾਂ ਦਾ ਦੇਸ਼ ਦੀ ਸਿਆਸਤ 'ਤੇ ਉੱਡਾ ਹੋ ਅਸਰ ਨਹੀਂ। ਜਿਵੇਂ ਈਵਨ ਨਾਰਥ ਈਸਟ ਦੇ ਵਿੱਚ ਇੱਕ ਗੱਲ ਇਹ ਕਾਂਗਰਸ ਦੀ ਕਮਜ਼ੋਰੀ ਮੰਨੀ ਜਾ ਰਹੀ ਹੈ ਉਸ ਪੱਧਰ 'ਤੇ ਕਿ ਅਸਾਮ ਦੀਆਂ ਵੀ 2 ਅਸੈਂਬਲੀ ਸੀਟਾਂ ਉਪ ਜ਼ਿਮਨੀ ਚੋਣਾਂ ਬੀਜੇਪੀ ਫਿਰ ਵੀ ਜਿੱਤ ਗਈ ਹੈ। ਹਾਲਾਂਕਿ ਉੱਥੇ NRC ਦਾ ਐਡਾ ਵੱਡਾ ਰੌਲਾ ਹੈ ਅਸਾਮ ਦੇ ਵਿੱਚ, ਸਭ ਤੋਂ ਬੜਾ ਰੌਲਾ ਹੈ, ਲੱਖਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੁਜ਼ਾਹਰੇ ਹੁੰਦੇ ਸੀ, ਤਾਂ ਕੋਈ ਅਲਟਰਨੇਟਿਵ ਪੇਸ਼ ਨਾ ਕਰਨ ਦੇ ਕਰਕੇ ਸ਼ਾਇਦ ਇਸ ਕਰਕੇ ਉਹ ਹੋ ਰਿਹਾ। ਔਰ ਅਸਾਮ ਦੇ ਵਿੱਚ ਨਾਰਥ ਈਸਟ ਦੇ ਵਿੱਚ ਬੀਜੇਪੀ ਮਾਮਲੇ ਟੈਕਲ ਵੀ ਨਹੀਂ ਕਰ ਪਾਈ। ਜਿਵੇਂ 2 ਗੁਆਂਢੀ ਸੂਬਿਆਂ ਦੀ ਪੁਲਿਸ ਇੱਕ ਦੂਜੇ ਦੇ ਖਿਲਾਫ ਖੜੀ ਹੁੰਦੀ ਹੈ, ਪੁਲਿਸ ਇੱਕ ਦੂਜੇ 'ਤੇ ਗੋਲੀ ਚਲਾਉਂਦੀ ਹੈ, ਇਹ ਮੁੱਦੇ ਵੀ ਸਾਡੇ ਸਾਹਮਣੇ ਨੇ। ਪਰ ਇਹਨਾਂ 5 ਰਾਜਾਂ ਦੇ ਵਿੱਚ ਜਿੱਥੇ ਕਿਸਾਨੀ ਇੱਕ ਬੜਾ ਵੱਡਾ ਮੁੱਦਾ ਹੋਣਾ ਹੈ, ਉੱਥੇ ਤੇਲ ਦੀਆਂ ਕੀਮਤਾਂ ਬਹੁਤ ਵੱਡਾ ਮੁੱਦਾ, ਮਹਿੰਗਾਈ। ਔਰ ਮੈਨੂੰ ਲੱਗਦਾ ਕਿ ਇਹਨਾਂ ਚੋਣਾਂ 'ਚ ਵੀ ਉਹਨੇ ਜ਼ਰੂਰ ਰੋਲ ਪਲੇ ਕੀਤਾ ਹੋਣਾ। ਜਦੋਂ ਕੋਈ ਮਿਨਿਊਟਲੀ ਹੇਠਲੇ ਪੱਧਰ 'ਤੇ ਚਰਚਾ ਹੋਏਗੀ ਕਿ ਕਿਹੜੇ ਮੁੱਦੇ ਰਹੇ, ਕਿਹੜੇ ਫੈਕਟਰ ਰਹੇ, ਇਹ ਬਹੁਤ ਵੱਡਾ ਫੈਕਟਰ ਮੰਨਿਆ ਜਾਏਗਾ ਕਿ ਮਹਿੰਗਾਈ ਜਿਸ ਰੇਸ਼ੋ 'ਚ ਵੱਧ ਰਹੀ ਹੈ, ਕਿੰਨੇ ਲੋਕਾਂ ਦਾ ਜਿਹੜਾ ਤੰਗੀ ਹੋ ਰਹੀ ਹੈ, ਰਸੋਈ ਚਲਾਉਣੀ ਮੁਸ਼ਕਲ ਹੋ ਰਹੀ ਹੈ, ਕੰਮਕਾਜ 'ਤੇ ਜਾਣਾ ਮੁਸ਼ਕਲ ਹੋ ਰਿਹਾ ਹੈ। ਚਾਹੇ ਵੱਡੇ ਪੱਧਰ 'ਤੇ ਅਜੇ ਇਹਨਾਂ ਤੇਲ ਕੀਮਤਾਂ 'ਤੇ ਅੰਦੋਲਨ ਨਹੀਂ ਦਿਖਾਈ ਦੇ ਰਿਹਾ, ਪਰ ਅੰਦਰੋਂ ਅੰਦਰ ਪੀੜਤ ਤਾਂ ਲੋਕ ਕਿਸੇ ਨਾਲ ਵੀ ਗੱਲ ਕਰੋ ਸਭ ਨੂੰ ਦਿਖਾਈ ਦੇ ਰਿਹਾ, ਰੋਜ਼ਾਨਾ ਵੱਧ ਰਹੇ ਨੇ। ਤੀਜਾ ਇੱਕ ਹੋਰ ਪਹਿਲੂ ਜਿਹੜਾ ਸੁਪਰੀਮ ਕੋਰਟ ਨੇ ਪਿਛਲੇ ਦਿਨਾਂ 'ਚ ਇੱਕ ਗੱਲ ਕੀਤੀ ਹੈ, ਪੈਗਾਸਸ ਦੇ ਮੁੱਦੇ 'ਤੇ, ਜਾਸੂਸੀ ਦਾ ਮੁੱਦਾ। ਇੱਕ ਸੈਕਸ਼ਨ ਇਸ ਰੂਪ ਦੇ ਵਿੱਚ ਵੀ ਹੈ ਕਿ ਜਾਸੂਸੀ ਦੇ ਰਾਹੀਂ ਲੋਕਾਂ 'ਤੇ ਪਰਚੇ ਝੂਠੇ ਪਾ ਦਿਓ, ਲੋਕਾਂ ਦੇ ਜੇਲ੍ਹਾਂ ਦੇ ਵਿੱਚ ਡੱਕ ਦਿਓ, ਤਾਂ ਇਹ ਭਾਵਨਾ ਵੀ ਮਨੁੱਖੀ ਅਧਿਕਾਰਾਂ ਦਾ ਵੀ ਇੱਕ ਐਂਗਲ ਹੈ, ਕਿਉਂਕਿ ਹਰ ਵੋਟ ਜਿਹੜੀ ਪੈਂਦੀ ਹੈ ਕੋਈ ਇੱਕ ਨੁਕਤੇ 'ਤੇ ਨਹੀਂ ਪੈਂਦੀ। ਕੋਈ 2% ਵੋਟ ਕਿਸੇ ਨੁਕਤੇ 'ਤੇ ਪੈਂਦੀ ਹੈ, 10 ਕਿਸੇ 'ਤੇ ਪੈਂਦੀ ਹੈ, 5 ਕਿਸੇ 'ਤੇ ਪੈਂਦੀ ਹੈ, ਉਹ ਕੰਬੀਨੇਸ਼ਨ ਬਣਦਾ ਇੱਕ। ਇਹ ਵੱਡੇ ਮੁੱਦੇ ਨੇ, ਚੁਣੌਤੀਆਂ ਨੇ। ਰੁਜ਼ਗਾਰ ਇੱਕ ਬਹੁਤ ਵੱਡੀ ਚੁਣੌਤੀ ਹੈ ਓਵਰਆਲ, ਕਿ ਲੋਕਾਂ ਨੂੰ ਰੁਜ਼ਗਾਰ ਕਿਵੇਂ ਦਿਓਗੇ, ਤੁਸੀਂ ਕਿੱਥੇ ਦਿਓਗੇ, ਕੀ ਕਰੋਗੇ। ਇਹ ਸਾਰੇ ਮੁੱਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫਿਰ ਕਿੱਧਰ ਜਾਣਗੇ, ਕਿਉਂਕਿ ਇਹ ਕਿਹਦੇ ਨਾਲ ਜੁੜੇ ਹੋਏ ਨੇ। ਪੈਗਾਸਸ ਦਾ ਮੁੱਦਾ, ਜਾਸੂਸੀ ਦਾ ਮੁੱਦਾ ਕੇਂਦਰ ਸਰਕਾਰ ਨਾਲ ਜੁੜਿਆ ਔਰ ਉਹਨੇ ਕਲੀਅਰ ਕੱਟ ਸੁਪਰੀਮ ਕੋਰਟ ਨੇ ਕਿਹਾ। ਕਿਸਾਨੀ ਦਾ ਮੁੱਦਾ ਹੱਲ ਨਾ ਕਰਨਾ ਕੇਂਦਰ ਸਰਕਾਰ ਨਾਲ ਜੁੜਿਆ, ਉਹ ਵੀ ਉਸੇ ਤਰੀਕੇ ਨਾਲ ਉੱਥੇ ਹੀ ਜਾਏਗਾ। ਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਪਾਲਿਸੀ ਦਾ ਕੁਐਸਚਨ ਜਿਹੜਾ ਹੈ ਉਹ ਕਿਹਦੇ ਨਾਲ ਜੁੜਿਆ, ਉਹ ਮੇਨਲੀ ਕੇਂਦਰ ਸਰਕਾਰ ਨਾਲ ਜੁੜਿਆ। ਇਹ ਠੀਕ ਹੈ ਕਿ ਇੱਕ ਹੱਦ ਤੱਕ ਰਾਜ ਸਰਕਾਰਾਂ ਦਾ ਵੀ ਬੈਟ ਉਹਦੇ 'ਚ ਹੈਗਾ, ਤੇ ਜਿਹੜੇ ਨੂੰ ਤੁਸੀਂ ਕਹਿ ਸਕਦੇ ਹੋ ਕਿ ਉਹ ਵੀ ਘਟਾ ਨਹੀਂ ਰਹੀਆਂ, ਪਰ ਮੁੱਖ ਰੂਪ ਦੇ ਵਿੱਚ ਜਿਹੜਾ ਟੈਕਸ ਸਿਸਟਮ ਹੈ ਉਹ ਕੇਂਦਰ ਸਰਕਾਰ ਦੇ ਕੋਲ ਹੈ। ਤਾਂ ਉਹ ਸਾਰੀਆਂ ਗੱਲਾਂ ਜੁੜ ਕੇ 22 ਦੇ ਵਿੱਚ ਇਹ ਗੱਲਾਂ ਦਾ ਅਸਰ ਪਏਗਾ ਕਿਸੇ ਵੋਟਿੰਗ ਪੈਟਰਨ 'ਤੇ, ਤੇ ਇਹਦੇ 'ਚੋਂ ਸ਼ਾਇਦ ਵਿਰੋਧੀ ਧਿਰਾਂ ਨੂੰ ਥੋੜ੍ਹਾ ਜਿਹਾ ਹੁਲਾਰਾ ਵੀ ਮਿਲੇ, ਕਿਉਂਕਿ ਛੋਟੀ ਚੀਜ਼ ਵੀ ਵਾਪਰਦੀ ਹੈ, ਕਿਸੇ ਦੇ ਪੱਖ 'ਚ ਚਲੀ ਜਾਂਦੀ ਹੈ ਤਾਂ ਉਹ ਉਤਸ਼ਾਹਿਤ ਹੋ ਜਾਂਦਾ। ਦੂਜੀ ਧਿਰ ਥੋੜ੍ਹੀ ਜਿਹੀ ਉਹਦੇ ਤੋਂ ਮਾਯੂਸ ਹੋਣਾ ਸੁਭਾਵਿਕ ਹੁੰਦੀ ਹੈ, ਜਾਂ ਉਹ ਫਿਰ ਵਿਉਂਤਬੰਦੀ ਕਰਨ ਲੱਗਦੀ ਹੈ ਕਿ ਜਿਹੜੀ ਕਮਜ਼ੋਰੀ ਹੈ, ਘੱਟ ਹੈ, ਇਹਨੂੰ ਕਿਵੇਂ ਰੋਕਣਾ। ਇਹ ਹੁਣ ਸਾਰੀਆਂ ਧਿਰਾਂ ਦੇ ਲਈ ਇੱਕ ਨਵੀਂ ਟਾਈਪ ਦੀ ਵਿਉਂਤਬੰਦੀ ਤੇ ਨਵੀਂ ਟਾਈਪ ਦੀ ਆਪਾ ਪੜਚੋਲ ਦੀ ਜ਼ਰੂਰਤ ਪਏਗੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਵੀ ਕਿ ਭਾਵੇਂ 5 ਰਾਜਾਂ ਦੀ ਚੋਣਾਂ ਜਿਹੜੀਆਂ ਉਹ ਬਹੁਤ ਨਜ਼ਦੀਕ ਆ ਚੁੱਕੀਆਂ ਨੇ, ਪਰ ਉਹਨਾਂ ਚੋਣਾਂ ਦੇ ਮੁੱਦੇ ਜਿਹੜੇ ਨੇ ਬਹੁਤ ਹੀ ਗੰਭੀਰ ਨੇ, ਬਹੁਤ ਹੀ ਵਿਚਾਰਯੋਗ ਨੇ, ਤੇ ਸਾਰੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਜਿਹੜਾ ਹੈਗਾ ਉਹਨਾਂ ਮੁੱਦਿਆਂ 'ਤੇ ਵਿਚਾਰ ਕਰਨ ਦੀ ਲੋੜ ਹੈ। ਜੇਕਰ ਗੱਲ ਕਰੀਏ ਚਾਹੇ ਉਹ ਮੁੱਦਾ ਕਿਸਾਨੀ ਦਾ ਹੋਵੇ, ਚਾਹੇ ਹੋਵੇ ਮਹਿੰਗਾਈ ਦਾ, ਇਹ ਮੁੱਖ ਤੌਰ 'ਤੇ ਜਿਹੜੇ ਨੇ ਇਹਨਾਂ 'ਤੇ ਹੱਲ ਲੱਭਣ ਦੀ ਲੋੜ ਹੈ, ਤੇ ਇਹਨਾਂ 'ਤੇ ਨੱਥ ਪਾਉਣ ਲਈ ਜਿਹੜਾ ਹੈਗਾ ਸਿਆਸੀ ਪਾਰਟੀਆਂ ਨੂੰ ਕੋਈ ਨਾ ਕੋਈ ਵਿਉਂਤਬੰਦੀ ਤਿਆਰ ਕਰਨੀ ਪਵੇਗੀ। ਹੋਵੇਗਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।